ਆਤਮਾ ਸੁਆਮੀ। ਉਸ ਪਰਮਾਤਮਾ ਨੂੰ ਜੇ ਅਸੀਂ ਖੁਸ਼ ਕਰ ਸਕਨੇ ਆ ਜਾਂ ਉਹਦੇ ਕੋਲ ਹੱਕ ਨਾਲ ਕੋਈ ਚੀਜ਼ ਲੈ ਸਕਨੇ ਆ, ਜਾਂ ਅਸੀਂ ਉਹਨੂੰ ਕਰਮ ਭੂਮੀ ਧਰਤੀ 'ਤੇ ਜਿਸਮ ਰੂਪੀ ਉੱਤੇ ਕੋਈ ਇਸ ਧਰਤੀ ਤੋਂ ਕੋਈ ਚੀਜ਼ ਉਹਨੂੰ ਅਰਪਣ ਕਰ ਸਕਨੇ ਆ, ਤੇ ਸਾਡੇ ਸਭ ਦੇ ਵਿੱਚ ਸਭ ਤੋਂ ਪਹਿਲਾਂ ਇਹ ਹੈ ਕਿ ਸਾਡੀ ਘਰ ਦੇ ਗ੍ਰਸਤੀ 'ਚ ਜੇ ਸਾਡਾ ਪ੍ਰੇਮ ਪਿਆਰ ਆਪਸ ਵਿੱਚ ਹੋਵੇਗਾ ਤਦ ਉਹ ਪਰਮਾਤਮਾ ਕਾਲ ਪੁਰਖ ਖੁਸ਼ ਹੋਏਗਾ। ਮੈਂ ਕਈ ਲੋਕ ਦੇਖੇ ਨੇ ਆਪਣੇ ਘਰ ਦੇ ਵਿੱਚ ਸਭ ਤੋਂ ਪਹਿਲੇ ਜਦੋਂ ਖਾਣਾ ਖਾਣ ਲੱਗਣਗੇ ਪਹਿਲੀ ਥਾਲੀ ਭਗਵਾਨ ਦੇ ਚਰਨਾਂ ਵਿੱਚ ਰੱਖਣਗੇ ਕਿ ਹੇ ਭਗਵਾਨ, ਸਾਡੇ ਘਰ ਦੇ ਲੰਗਰ ਨੂੰ ਜੋ ਤੂੰ ਰੁੱਖਾ ਮਿੱਸਾ ਸਾਨੂੰ ਦਿੱਤਾ ਹੈ ਇਹਨੂੰ ਤੁਸੀਂ ਪਹਿਲੇ ਕਬੂਲ ਕਰੋ। ਉਹਦੇ ਅੱਗੇ ਪਰਮਾਤਮਾ ਦੇ ਅੱਗੇ ਰੱਖ ਕੇ ਉਹ ਥਾਲੀ ਨੂੰ ਕਿਸੇ ਗਊ ਨੂੰ ਜਾਂ ਉਹ ਫੁਲਕਾ ਕਿਸੇ ਨੂੰ ਖਵਾ ਦਿੰਦੇ ਨੇ। ਇੱਕ ਘਰ ਦੇ ਵਿੱਚ ਮੀਆਂ ਬੀਬੀ ਹੈਗੇ ਸੀ, ਰੋਜ਼ ਇਸ ਤਰ੍ਹਾਂ ਕਰਦੇ ਸੀ। ਇੱਕ ਦਿਨ ਕੋਈ ਐਸਾ ਚਮਤਕਾਰ ਹੋਇਆ ਕਿ ਉਹ ਘੰਟੇ ਬਾਅਦ ਕਮਰੇ ਵਿੱਚ ਗਏ, ਥਾਲੀ ਵਿੱਚੋਂ ਫੁਲਕਾ ਸਬਜ਼ੀ ਸਭ ਸਮਾਪਤ ਹੋ ਗਿਆ। ਭਗਵਾਨ ਨੇ ਪਤਾ ਨਹੀਂ ਕੀ ਕਿਰਪਾ ਕੀਤੀ, ਉਹ ਖਾਣਾ ਖਾਧਾ ਗਿਆ, ਪਰਮਾਤਮਾ ਨੇ ਕਬੂਲ ਕਰ ਲਿਆ। ਦੇਖੋ ਰੋਜ਼ ਅਸੀਂ ਉਹਦੀ ਯਾਦ ਵਿੱਚ, ਦੇਖੋ ਬੱਚਾ ਜਦੋਂ ਮਾਂ ਕੋਲ ਕੁਛ ਲੈਣਾ ਚਾਹੁੰਦਾ ਹੈ ਹਰ ਚੀਜ਼ ਕਿਵੇਂ ਹਾਸਲ ਕਰਦਾ ਹੈ, ਹੱਸਦਾ ਰਹੇਗਾ, ਖੇਲਦਾ ਰਹੇਗਾ। ਜਦੋਂ ਜ਼ਰੂਰਤ ਤੋਂ ਜ਼ਿਆਦਾ ਰੋਣਾ ਸ਼ੁਰੂ ਕਰ ਦੇਗਾ, ਮਾਂ ਜਿੰਨੇ ਮਰਜ਼ੀ ਕੰਮ ਲੱਗੀ ਹੋਵੇ ਉਹ ਸਾਰੇ ਕੰਮ ਛੱਡ ਕੇ ਮਾਂ ਆਪਣੇ ਬੱਚੇ ਨੂੰ ਛਾਤੀ ਨਾਲ ਲਗਾ ਲੈਂਦੀ ਹੈ। ਇਸ ਤਰ੍ਹਾਂ ਹੀ ਤੁਸੀਂ ਦੁਨੀਆਦਾਰੀ ਦੀਆਂ ਸਾਰੀਆਂ ਚੀਜ਼ਾਂ ਨੂੰ ਧਿਆਨ ਵਿੱਚੋਂ ਹਟਾ ਕੇ, ਜਿਸਮ ਰੂਪੀ 'ਚੋਂ ਹਟਾ ਕੇ, ਜਦੋਂ ਅੰਤਰ ਧਿਆਨ 'ਤੇ ਬੈਠ ਕੇ ਉਸ ਮਾਲਕ ਦੀ ਯਾਦ ਵਿੱਚ ਕਦੀ ਕੋਈ ਐਸੀ ਕਾਲੀ ਰਾਤ ਕੀਤੀ ਹੈ, ਤੁਸੀਂ ਉਹਦੀ ਯਾਦ ਵਿੱਚ ਉਹਦੇ ਪਿਆਰ ਵਾਸਤੇ ਦੋ ਅੱਖਾਂ ਵਿੱਚੋਂ ਅਥਰੂ ਕੱਢੇ ਨੇ। ਉਹਦੀ ਯਾਦ ਵਿੱਚ ਅਸੀਂ ਬਾਹਰ ਜਿਸਮ ਰੂਪੀ ਧਨ ਦੌਲਤ ਵਾਸਤੇ, ਭੈਣਾਂ ਭਰਾਵਾਂ ਰਿਸ਼ਤੇਦਾਰਾਂ ਵਾਸਤੇ, ਯਾਰਾਂ ਦੋਸਤਾਂ ਵਾਸਤੇ ਸਾਡੀ ਧਨ ਦੌਲਤ ਖਰਾਬ ਹੋ ਜਾਏ, ਸਾਡੇ ਨਾਲ ਕਿਸੇ ਦਾ ਰਿਸ਼ਤਾ ਟੁੱਟ ਜਾਏ, ਜਾਂ ਸਾਡੇ ਵਿੱਚੋਂ ਕੋਈ ਜਿਸਮ ਰੂਪੀ ਚਲਾ ਜਾਏ, ਤੇ ਸਾਡੀਆਂ ਅੱਖਾਂ 'ਚੋਂ ਕਿਸ ਤਰ੍ਹਾਂ ਟਪ ਟਪ ਅੱਖਾਂ ਵਿੱਚੋਂ ਆਂਸੂ ਗਿਰਦੇ ਨੇ। ਕਦੀ ਉਹਦੀ ਯਾਦ ਵਿੱਚ ਇਹ ਅੰਮ੍ਰਿਤ ਰੂਪੀ ਦਾ ਖਜ਼ਾਨਾ ਦੋ ਆਂਸੂ ਬਹਾਏ ਨੇ ਕਿ ਹੇ ਪਰਮਾਤਮਾ ਕਾਲ ਪੁਰਖ, ਸ਼ਬਦ ਰੂਪੀ ਇਹ ਪਰਮਾਤਮਾ ਸਾਨੂੰ ਦਰਸ਼ਨ ਦੇ। ਉਹ ਪਰਮਾਤਮਾ ਤੁਹਾਨੂੰ ਸ਼ਬਦ ਰੂਪੀ ਮਿਲਣਾ ਚਾਹੁੰਦਾ ਹੈ, ਪਰ ਇਸ ਆਤਮਾ ਨੂੰ ਉਹ ਪਰਮਾਤਮਾ ਉਦੋਂ ਮਿਲੇਗਾ ਜਦੋਂ ਸਾਡਾ ਧਿਆਨ ਸਿਮਟ ਕੇ ਅੱਖਾਂ ਪਿੱਛੇ ਜਾਏਗਾ, ਤੀਸਰੀ ਅੱਖ ਖੁੱਲ੍ਹੇਗੀ, ਤੀਸਰੀ ਅੱਖ ਜਾ ਕੇ ਉਸ ਪਰਮਾਤਮਾ ਦਾ ਦਰਸ਼ਨ ਕਰੇਗੀ। ਅਸੀਂ ਸੁੱਤੇ ਹੋਵਾਂਗੇ, ਸਾਡੀ ਆਤਮਾ ਸੱਚਖੰਡਾ ਬ੍ਰਹਮੰਡਾ ਵਿੱਚ ਚਲੀ ਜਾਏਗੀ ਔਰ ਉਸ ਕਾਲ ਪੁਰਖ ਦੇ ਘਰ ਦੇ ਵਿੱਚ ਜਾ ਕੇ ਦਰਸ਼ਨ ਕਰੇਗੀ, ਔਰ ਫਿਰ ਇਸ ਆਤਮਾ ਵਾਪਸ ਇਸ ਜਿਸਮ ਰੂਪੀ ਵਿੱਚ ਪ੍ਰਵੇਸ਼ ਕਰੇਗੀ। ਫਿਰ ਜਾ ਕੇ ਸਾਨੂੰ ਪਤਾ ਚੱਲੇਗਾ ਜਿਸਮ ਰੂਪੀ ਦਾ ਰਿਸ਼ਤਾ ਹੋ ਰਿਹਾ, ਆਤਮਾ ਰੂਪੀ ਦਾ ਰਿਸ਼ਤਾ ਹੋ ਰਿਹਾ। ਆਤਮਾ ਦਾ ਰਿਸ਼ਤਾ ਪਰਮਾਤਮਾ ਨਾਲ ਹੈ। ਉਹ ਜਦੋਂ ਆਤਮਾ ਪਰਮਾਤਮਾ ਨਾਲ ਜਾ ਕੇ ਜੁੜਦੀ ਹੈ, ਇਹ ਆਤਮਾ ਸੱਚਖੰਡਾ ਬ੍ਰਹਮੰਡਾ ਦੀ ਅੰਮ੍ਰਿਤ ਬੂੰਦ ਪੀਂਦੀ ਹੈ। ਇਸ ਧਰਤੀ 'ਤੇ ਕਰਮ ਰੂਪੀ ਉੱਤੇ ਕੋਈ ਐਸੀ ਚੀਜ਼ ਨਹੀਂ ਹੈ ਜਿਹੜੀ ਸੱਚਖੰਡ ਤੋਂ ਮਿੱਠੀ ਹੋਵੇ। ਕਿਉਂ? ਆਤਮਾ ਖਾਂਦੀ ਨਹੀਂ ਹੈ, ਆਤਮਾ ਭੁੱਖੀ ਨਹੀਂ ਹੈ, ਆਤਮਾ ਨੂੰ ਕਿਸ ਚੀਜ਼ ਦਾ ਡਰ ਨਹੀਂ ਹੈ, ਆਤਮਾ ਦਾ ਕਿਸੇ ਦਾ ਲਗਾਓ ਨਹੀਂ ਹੈ। ਆਤਮਾ ਦਾ ਲਗਾਓ ਪਰਮਾਤਮਾ ਨਾਲ ਹੈ, ਔਰ ਪਰਮਾਤਮਾ ਦਾ ਲਗਾਓ ਸ਼ਬਦ ਰੂਪੀ ਨਾਲ ਹੈ ਕਿ ਜਿਹੜੇ ਜਿੰਦੇ ਜੀ ਉਸ ਮਾਲਕ ਨੂੰ ਮਿਲਦੇ ਰਹਿਣਗੇ ਉਹਨਾਂ ਦੀ ਆਤਮਾ ਮੁਕਤ ਹੋ ਜਾਏਗੀ। ਜਿਹੜੇ ਕਰਮ ਭੂਮੀ ਜਿਸਮ ਰੂਪੀ 'ਚ ਰਿਸ਼ਤਿਆਂ ਦੇ ਨਾਲ ਜੁੜੇ ਰਹਿਣਗੇ, ਅਹੁਦਿਆਂ ਨਾਲ ਜੁੜੇ ਰਹਿਣਗੇ। ਤੁਸੀਂ ਦੇਖ ਲਓ, ਮਾਲਕ ਨੇ ਸਾਨੂੰ ਜਿੰਨੇ ਮਰਜ਼ੀ ਅਹੁਦੇ ਦਿੱਤੇ ਹੋਣ, ਜਿੰਨੀ ਧਨ ਦੌਲਤ ਮਰਜ਼ੀ ਦਿੱਤੀ ਹੈ, ਅਮੀਰ ਤੋਂ ਅਮੀਰ ਵੀ ਬਣਾ ਦੇ ਮਾਲਕ, ਰਹਿ ਤੇ ਸਭ ਕੁਛ ਇੱਥੇ ਜਾਏਗਾ ਨਾ। ਸਾਡੇ ਜਿਸਮ ਨੂੰ ਜਿੰਨੇ ਮਰਜ਼ੀ VIP ਦੇ ਵਿੱਚ ਅਰਪਣ ਕੀਤਾ ਜਾਏ, ਹਜ਼ਾਰਾਂ ਲੋਕ ਆ ਜਾਣ, ਪਰ ਜਿਹੜੀ ਆਤਮਾ ਜਦੋਂ ਸਿਮਟ ਕੇ ਪਰਮਾਤਮਾ ਆਪਣੇ ਚਰਨਾਂ ਵਿੱਚ ਬੁਲਾਉਂਦਾ ਤਾਂ ਉੱਥੇ ਇਕੱਲੇ ਜਾਣਾ ਹੁੰਦਾ ਹੈ, ਕੋਈ ਵੀ ਸਾਡੇ ਨਾਲ ਨਹੀਂ ਜਾਂਦਾ। ਜਿੰਨੀ ਮਰਜ਼ੀ ਧਨ ਦੌਲਤ ਹੋਵੇ ਸਭ ਇੱਥੇ ਰਹਿ ਜਾਏਗੀ। ਇੱਥੇ ਦੇ ਜਿੰਨੇ ਲੋਕ ਨੇ ਉਹ ਜਿੰਨੀਆਂ ਮਰਜ਼ੀ ਅੱਖਾਂ ਵਿੱਚੋਂ ਅਥਰੂ ਕੱਢ ਕੇ ਉਹ ਪਰਮਾਤਮਾ ਨਾਲ ਤੁਹਾਨੂੰ ਨਹੀਂ ਮਿਲਾ ਸਕਦੇ। ਪਰਮਾਤਮਾ ਨਾਲ ਆਤਮਾ ਨੂੰ ਤੁਸੀਂ ਮਿਲਾਓਗੇ। ਤੁਸੀਂ ਦੇਖ ਲਓ, ਤੁਹਾਨੂੰ ਭੁੱਖ ਲੱਗੀ ਹੈ, ਰੋਟੀ ਤੁਸੀਂ ਖਾਣੀ ਹੈ, ਤੁਹਾਡੇ ਪੇਟ ਦੀ ਦਰਦ ਹੋਈ ਹੈ, ਤੁਸੀਂ ਗੋਲੀ ਖਾਣੀ ਹੈ, ਕਿਸੇ ਸਾਧੂ ਸੰਤ ਮਹਾਤਮਾ ਨੇ ਨਹੀਂ ਖਾਣੀ। ਜਦੋਂ ਤੁਹਾਨੂੰ ਤੁਹਾਡੇ ਜਿਸਮ ਦੀ ਚੀੜ ਫਾੜ ਹੋਏਗੀ, ਦਰਦ ਤੁਹਾਨੂੰ ਹੋਏਗੀ, ਤੁਸੀਂ ਆਪਣੇ ਜਿਸਮ ਦੇ ਮਾਲਕ ਹੋ, ਆਪਣੇ ਜਿਸਮ ਦੇ ਰਾਜੇ ਹੋ। ਆਪਣੀ ਜਾਣਕਾਰੀ ਕਰੋ ਬਈ ਇਸ ਕਰਮ ਭੂਮੀ ਧਰਤੀ 'ਤੇ ਮੈਨੂੰ ਜਿਹੜਾ ਰੋਲ ਮਿਲਿਆ ਹੈ, ਆਪਣੇ ਜਿਸਮ ਨੂੰ ਜ਼ਿਆਦਾ ਤੰਗ ਕਰਨ ਦੀ ਲੋੜ ਨਹੀਂ ਹੈ। ਜਿੰਨੇ ਜ਼ਿਆਦਾ ਤੋਂ ਜ਼ਿਆਦਾ ਉਹਦੇ ਹਾਸਲ ਕਰੋਗੇ,
ਉਹਨੇ ਉਹਦੇ ਹਾਸਲ ਕਰਨ ਵਿੱਚ ਆਪਣੇ ਜਿਸਮ ਨੂੰ ਕਸ਼ਟ ਦਿਓਗੇ। ਕਸ਼ਟ ਦੇਣ ਨਾਲ ਜੇ ਧਨ ਦੌਲਤ ਦੁਨੀਆਦਾਰੀ ਵਿੱਚ ਇੱਜ਼ਤ ਕਮਾ ਲਓਗੇ, ਜਾਂ ਤੁਸੀਂ ਜਿਸਮ ਰੂਪੀ ਦੁਨੀਆ ਵਿੱਚ ਸੋਚੋ ਕਿ ਮੈਂ ਦੁਨੀਆ ਮਾਲਕ ਦੀ ਬਣਾਈ ਏ, ਮੈਂ ਇਹਦੀ ਸੇਵਾ ਕਰਾਂਗਾ, ਜਿੰਨੀ ਮਰਜ਼ੀ ਤੁਸੀਂ ਸੇਵਾਦਾਰ ਬਣ ਜਾਓ, ਕਦੀ ਕਾਮਯਾਬ ਨਹੀਂ ਹੋਵੋਗੇ। ਕਿਉਂ? ਕਾਮਯਾਬੀ ਉਸ ਮਾਲਕ ਦੇ ਘਰੋਂ ਮਿਲੇਗੀ। ਜੇ ਤੁਸੀਂ ਬਾਹਰ ਜਿਸਮ ਰੂਪੀ ਦੀ ਕਾਮਯਾਬੀ ਲੈਣਾ ਚਾਹੁੰਦੇ ਹੋ ਤੇ ਆਤਮਾ ਰੂਪੀ ਦੀ ਵੀ ਕਾਮਯਾਬੀ ਲੈਣੀ ਹੈ। ਜਿਹੜੀ ਸਬਜ਼ੀ ਕੱਚੀ ਹੁੰਦੀ ਹੈ, ਪੱਕਦੀ ਜ਼ਰੂਰ ਹੈ, ਤਦ ਹੀ ਸਵਾਦ ਲੱਗਦੀ ਹੈ। ਜੇ ਤੁਸੀਂ ਬਾਹਰ ਮੁਖੀ ਜਿਸਮ ਰੂਪੀ ਦੀ ਦੁਨੀਆਦਾਰੀ ਦੀ ਪਰਮਾਤਮਾ ਦੀਆਂ ਬਣਾਈਆਂ ਹੋਈਆਂ ਮੂਰਤੀਆਂ ਜਿਹੜੀਆਂ ਚਲਦੀਆਂ ਫਿਰਦੀਆਂ ਉੱਠਦੀਆਂ ਬੈਠਦੀਆਂ ਨੇ, ਜੇ ਤੁਸੀਂ ਉਹਨਾਂ ਦੀ ਸੇਵਾ ਕਰਨਾ ਚਾਹੁੰਦੇ ਹੋ ਤੇ ਤੁਹਾਡੀ ਆਤਮਾ ਵੀ ਪਰਮਾਤਮਾ ਨਾਲ ਨਿਰਮਲ ਹੋਣੀ ਚਾਹੀਦੀ ਹੈ, ਤੁਹਾਡੀ ਦਸਾਂ ਨਵਾਂ ਦੀ ਕਮਾਈ ਹੋਣੀ ਚਾਹੀਦੀ ਹੈ, ਤਦ ਜਾ ਕੇ ਤੁਸੀਂ ਪਰਮਾਤਮਾ ਨਾਲ ਮਿਲ ਪਾਓਗੇ। ਇੱਥੇ ਜਿਸਮ ਰੂਪੀ ਦੇ ਜਿੰਨੀ ਮਰਜ਼ੀ ਧਨ ਦੌਲਤ ਇਕੱਠੀ ਕਰ ਲਓ, ਤੁਸੀਂ ਦੇਖ ਰਹੇ ਹੋ ਕਿ ਰਾਜੇ ਦਾ ਪੁੱਤਰ ਰਾਜਾ ਹੀ ਰਹੇਗਾ। ਕੋਈ ਸੰਤ ਮੰਚ ਦਾ ਦਰਬਾਰ ਹੋਵੇ, ਜਾਂ ਹੀਰੋ ਦਾ ਰੋਲ ਹੋਵੇ, ਜਾਂ ਕੋਈ ਵੀ ਇਸ ਕਰਮ ਭੂਮੀ ਧਰਤੀ ਦੇ ਜਿਹੜੇ ਮਾਂ ਪਿਓ ਕੰਮ ਕਾਰੋਬਾਰ ਕਰਦੇ ਨੇ, 80% ਲੋਕ ਜੇ ਮਾਂ ਬਾਪ ਬਹੁਤ ਵੱਡੇ ਅਹੁਦੇ 'ਤੇ ਨੇ, ਮਾਂ ਬਾਪ ਕੋਲ ਬਹੁਤ ਵੱਡੀ ਧਨ ਦੌਲਤ ਹੈ, ਬੜੀ ਜਾਇਦਾਦ ਹੈ, ਤੇ ਬੱਚਾ ਤਾਂ ਆਪੇ ਹੋ ਜਾਏਗਾ ਜਾਇਦਾਦ ਦਾ ਮਾਲਕ। ਜੇ ਕਿਸੇ ਦਾ ਪਿਤਾ ਹੀਰੋ ਹੈਗਾ ਤੇ ਉਸ ਦੇ ਬੱਚੇ ਨੂੰ ਹੀਰੋ ਬਣਨ ਲੱਗਿਆ ਦੇਰ ਨਹੀਂ ਲੱਗੇਗੀ। ਕਿਸੇ ਦਾ ਪਿਓ ਸੰਤ ਮਹਾਤਮਾ ਹੈ, ਉਸ ਦੀ ਗੱਦੀ ਬੇਟੇ ਨੂੰ ਮਿਲਣ ਲੱਗਿਆ ਦੇਰ ਨਹੀਂ ਲੱਗਦੀ। ਕੋਈ 100 ਸੰਤ 'ਚੋਂ ਕੋਈ 2-1 ਸੰਤ ਹੋਣਗੇ ਜਿਹੜੇ ਬਾਹਰ ਮੁਖੀ ਕਿਸੇ ਨੂੰ ਗੱਦੀ ਦੇ ਦੇਣਗੇ। ਗੱਦੀ ਅਹੁਦਿਆਂ ਦੇ ਨਾਲ ਮਿਲ ਜਾਂਦੀ ਹੈ। ਇਸ ਵਾਸਤੇ ਸਾਡੀ ਗੱਦੀ ਸਾਡਾ ਕੰਮ ਹੈ, ਸਾਡਾ ਕਾਰੋਬਾਰ ਹੈ, ਸਾਡਾ ਧਿਆਨ ਹੈ। ਉਸ ਪਰਮਾਤਮਾ ਨਾਲ ਮਿਲਣ ਵਾਸਤੇ ਤੁਹਾਨੂੰ ਕੋਈ ਚੀਜ਼ ਅਰਪਣ ਕਰਨ ਦੀ ਲੋੜ ਨਹੀਂ ਹੈ, ਕੋਈ ਚੀਜ਼ ਪ੍ਰਗਟ ਕਰਨ ਦੀ ਲੋੜ ਨਹੀਂ ਹੈ। ਤੁਸੀਂ ਸਿਰਫ ਆਪਣੇ ਆਪ ਨੂੰ ਪ੍ਰਗਟ ਕਰਨਾ ਹੈ, ਆਪਣੇ ਧਿਆਨ ਨੂੰ ਪ੍ਰਗਟ ਕਰਨਾ ਹੈ। ਤਾਂ ਮਾਲਕ ਦੇ ਦਰਬਾਰ ਤੁਸੀਂ ਕਿਸੇ ਲੀਡਰ ਨਾਲ ਬਾਹਰ ਮੁਖੀ ਕਿਸੇ ਅਹੁਦੇ ਨਾਲ ਮਿਲਣ ਜਾਓਗੇ, ਤੁਹਾਨੂੰ ਕਿੰਨੇ ਕਿਸਮ ਦੇ ਯਤਨ ਕਰਨੇ ਪੈਣਗੇ। ਪਰਮਾਤਮਾ ਨਾਲ ਮਿਲਣ ਵਾਸਤੇ ਤੁਸੀਂ ਜਿਸ ਤਰ੍ਹਾਂ ਦੇ ਮਰਜ਼ੀ ਕੱਪੜੇ ਪਾਏ ਨੇ, ਤੁਸੀਂ ਜਿਸ ਤਰ੍ਹਾਂ ਦਾ ਖਾਣਾ ਖਾਧਾ ਨਹੀਂ ਖਾਧਾ, ਤੁਸੀਂ ਧਿਆਨ ਪੱਕਾ ਕੀਤਾ, ਜਿਸ ਧਿਆਨ किया उस ज्ञान पाया, जिस प्रेम किया उस प्रभ पाया। सुनो प्रेमी प्रेम की बात, जिस प्रेम किया उस प्रभ पाया। परमात्मा के घर दे विच कोई धन दौलत देने की लोड़ नहीं है, सिर्फ ध्यान देना, ध्यान। और अपने मन कभी भी महसूस नहीं करनी कि दुनिया दे विच परमात्मा जिन्ना इस दुनिया जिन्ने मर्जी अमीर लोग ने, जे तुहाडा ध्यान लग रहा है तुसी सब तो अमीर हो। धन दौलत पैसा मकान महल दुकाना सोना चांदी हीरे जवरात जिन्ना मर्जी तुहानू मालक ने दिता होए, इस चीज़ का ध्यान रखना। जे साडा ध्यान नहीं लगता तो असी गरीब हाँ। असी परमात्मा ने किसी जिन्नू जो बनाया है, जो उन्हें शक्ल रंग रूप दिती है, उनकी मौज है। काला ਜਿਹੜਾ ਬੰਦਾ ਕਾਲਾ ਬਣ ਗਿਆ, ਅਸੀਂ ਉਹਨੂੰ ਗੋਰਾ ਨਹੀਂ ਬਣਾ ਸਕਦੇ। ਜਿੰਦਾ ਕੱਦ ਛੋਟਾ ਹੈ, ਅਸੀਂ ਉਹਦਾ ਲੰਬਾ ਕੱਦ ਨਹੀਂ ਕਰ ਸਕਦੇ। ਜੋ ਰੂਪ ਰੰਗ ਉਹਨੇ ਦਿੱਤਾ ਹੈ, ਉਹਦੀ ਮੌਜ ਹੈ। ਇੰਨੇ ਵਿਦਵਾਨ ਬੈਠੇ ਨੇ, ਇੰਨੇ ਕਰੋੜਪਤੀ ਅਰਬਪਤੀ ਬੈਠੇ ਨੇ। ਤੁਸੀਂ ਦੇਖਦੇ ਹੋ ਕਿੰਨੇ ਹੀਰੋ ਬੈਠੇ ਨੇ। ਜਵਾਨੀ ਵੀ ਸ਼ਕਲ ਕਿਸ ਤਰ੍ਹਾਂ ਦੀ ਹੁੰਦੀ ਹੈ, ਬੁੱਢੇਪਨ ਵੀ ਸ਼ਕਲ ਜਾ ਕੇ ਕਿਸ ਤਰ੍ਹਾਂ ਹੋ ਜਾਂਦੀ ਹੈ, ਕਿਸ ਤਰ੍ਹਾਂ ਉਹਨਾਂ ਦੇ ਚਿਹਰੇ ਮੁਰਝਾ ਜਾਂਦੇ ਨੇ। ਇਹ ਤਾਂ ਨਹੀਂ ਕਿ ਉਹਨਾਂ ਕੋਲ ਧਨ ਦੌਲਤ ਬੜੀ ਹੈਗੀ ਹੈ, ਜਾਇਦਾਦ ਬਹੁਤ ਹੈ, ਉਹ ਆਪਣੀਆਂ ਸ਼ਕਲਾਂ ਬਦਲ ਲੈਂਦੇ। ਹਮੇਸ਼ਾ ਅੰਦਰ ਦੀ ਯਾਤਰਾ ਕਰਨੀ ਹੈ ਸ਼ੁਰੂ। ਸਾਨੂੰ ਇਸ ਕਰਮ ਭੂਮੀ ਧਰਤੀ 'ਤੇ ਜਨਮ ਹੀ ਇਸੇ ਵਾਸਤੇ ਮਿਲਿਆ ਹੈ ਕਿ ਅਸੀਂ ਉਸ ਪਰਮਾਤਮਾ ਦੇ ਘਰੋਂ ਵਿਛੜ ਕੇ ਆਏ ਹਾਂ। ਕਰਮ ਭੂਮੀ ਧਰਤੀ ਹੈ, ਅਸੀਂ ਇਸ ਧਰਤੀ 'ਤੇ ਰਹਿ ਕੇ ਉਸ ਦਾ ਨਾਮ ਜਪਣਾ ਹੈ, ਉਸ ਦਾ ਧਿਆਨ ਕਰਨਾ ਹੈ। ਦੇਖੋ ਮਾਂ ਬਾਪ ਆਪਣੇ ਬੱਚੇ ਨੂੰ ਪਾਲ ਕੇ ਵੱਡਾ ਬਣਾ ਦਿੰਦਾ, ਸਾਰੀ ਜ਼ਿੰਦਗੀ ਦੀ ਪੂੰਜੀ ਲਾ ਦਿੰਦਾ ਹੈ, ਅਫਸਰ ਬਣ ਜਾਂਦਾ, ਡਾਕਟਰ ਬਣ ਜਾਂਦਾ, ਜੱਜ ਬਣ ਜਾਂਦਾ, ACP ਬਣ ਜਾਂਦਾ ਜਾਂ ਲੀਡਰ ਬਣ ਜਾਂਦਾ ਹੈ। ਪਿਤਾ ਦੇ ਨਾਲ ਕਦੀ ਗੱਲਬਾਤ ਨਾ ਕਰੇ, ਮਾਂ ਨਾਲ ਕਦੀ ਗੱਲਬਾਤ ਨਾ ਕਰੇ, ਮਾਂ ਔਰ ਪਿਤਾ 'ਤੇ ਕੀ ਬੀਤਦੀ ਹੈ। ਫਿਰ ਇਸ ਆਤਮਾ ਦਾ ਸੱਚਾ ਪਤੀ ਪਰਮੇਸ਼ਰ ਪਰਮਾਤਮਾ ਹੈ, ਔਰ ਜਿਨਨੇ ਜਿਸਮ ਦਿੱਤਾ ਹੈ। ਪਰਵਰਿਸ਼ ਤੇ ਮਾਂ ਨੇ ਕੀਤੀ ਹੈ ਨਾ, ਪਰਵਰਿਸ਼ ਤੇ ਪਿਤਾ ਨੇ ਕੀਤੀ ਹੈ ਨਾ। ਜੇ ਉਹ ਸਾਨੂੰ ਇਸ ਧਰਤੀ 'ਤੇ ਜਿਸਮ ਰੂਪੀ ਦਾ ਜਨਮ ਜਿਹੜਾ ਦਿੱਤਾ ਸੀ, ਜੇ ਅਸੀਂ ਜੰਮਦੇ ਸਾਰੀ ਸਾਡੀ ਮਾਂ ਦੇ ਪੇਟ ਵਿੱਚ ਸਾਡੀ ਮੌਤ ਹੋ ਜਾਂਦੀ, ਤੇ ਫਿਰ ਮਾਂ ਕੀ ਕਰ ਲੈਂਦੀ, ਪਿਤਾ ਕੀ ਕਰ ਲੈਂਦਾ। ਉਹ ਸਾਰੇ 50 ਸਾਲ 10 ਸਾਲ 15 ਸਾਲ 20 ਸਾਲ ਜਿੰਨਾ ਚਿਰ ਮਾਲਕ ਨੇ ਇਹ ਜ਼ਿੰਦਗੀ ਦਿੱਤੀ ਹੈ, ਉਹਦੀ ਮੌਜ ਹੈ। ਇੱਕ ਸਕਿੰਟ ਉਹਦੀ ਦਇਆ ਨਾਲ ਹੈ।
ਧਨ ਦੌਲਤਾਂ ਜ਼ਮੀਨਾਂ ਜਾਇਦਾਦਾਂ ਸੰਤਾਂ ਮਹਾਂਪੁਰਸ਼ਾਂ ਕੋਲ ਪੰਡਤਾਂ ਕੋਲ ਜਾ ਕੇ ਤੁਹਾਡੀ ਉਮਰ ਨਹੀਂ ਵਧਣੀ ਜੇ, ਕਿਸੇ ਭੁਲੇਖੇ 'ਚ ਨਾ ਰਹਿਣਾ। ਜੋ ਲਿਖਿਆ ਉਹ ਮਾਲਕ ਨੇ ਕਰਨਾ ਹੈ। ਇੱਕ ਇੱਕ ਸਕਿੰਟ ਉਹਦੀ ਦਇਆ ਹੈ, ਉਹਨੇ ਸਭ ਕੁਝ ਲਿਖਿਆ ਹੋਇਆ ਹੈ। ਕਿਹੜੇ ਹਸਪਤਾਲ ਹੀ ਜਾਣਾ, ਅੱਜ ਤੋਂ 2 ਸਾਲ ਬਾਅਦ ਜਿਹੜਾ ਪਾਣੀ ਦਾ ਗਲਾਸ ਵੀ ਹੈ ਕਰਮਾ ਹੀ ਲਿਖਿਆ ਉਹ ਵੀ ਤੁਹਾਨੂੰ ਮਿਲੇਗਾ। ਪਰ ਤੁਸੀਂ ਸੋਚ ਉੱਚੀ ਰੱਖਣੀ ਹੈ, ਕਿਸੇ ਦਾ ਬੁਰਾ ਨਹੀਂ ਕਰਨਾ, ਆਪਣੀ 10 ਨਾਵਾਂ ਦੀ ਕਮਾਈ ਕਰਨੀ ਹੈ, ਆਪਣਾ ਹੱਕ ਦਾ ਖਾਣਾ ਹੈ, ਸਾਹਮਣੇ ਵਾਲੇ ਨੂੰ ਬੇਵਕੂਫ ਬਣਾ ਕੇ ਸਾਹਮਣੇ ਵਾਲੇ ਨਾਲ ਠੱਗੀਬਾਜ਼ੀ ਨਹੀਂ ਕਰਨੀ, ਸਾਹਮਣੇ ਵਾਲੇ ਦੇ ਪੈਸੇ ਨਹੀਂ ਲੁੱਟਣੇ, ਕਿਸੇ को ਲੈ ਕੇ ਇਹ ਨਹੀਂ ਕਰਨਾ ਕਿ ਉਹਨਾਂ ਦੇਣਾ ਨਹੀਂ, 4 ਦਿਨ ਅੱਗੇ ਪਿੱਛੇ ਕਰਕੇ ਉਹਦੇ ਪੈਸੇ ਜ਼ਰੂਰ ਦੇਣੇ ਨੇ। ਜਿਹੜੇ ਪੁਰਾਣੇ ਸੰਤ ਮਹਾਤਮਾ ਸੀ ਜ਼ਿਆਦਾ ਮਿਲਟਰੀ ਵਿੱਚ ਨੌਕਰੀ ਕਰਦੇ ਸੀ, ਜਿੱਥੇ ਰਿਸ਼ਵਤ ਨਹੀਂ ਹੁੰਦੀ ਸੀ, ਜਾਂ ਐਸੀ ਜਗ੍ਹਾ ਐਸੇ ਅਹੁਦੇ 'ਤੇ ਨੌਕਰੀ ਕਰਦੇ ਸੀ ਕਿ 10 ਨਾਵਾਂ ਦੀ ਕਮਾਈ ਕਰਕੇ ਮਾਲਕ ਦੀ ਭਗਤੀ ਭਜਨ ਸਿਮਰਨ ਕਰਕੇ ਧਿਆਨ ਲਗਾਉਂਦੇ ਸੀ। ਅੱਜ ਕੱਲ੍ਹ ਹਰ ਸਮੇਂ ਹਰ ਵੇਲੇ ਹਰ ਜਗ੍ਹਾ ਰਿਸ਼ਵਤ ਬਹੁਤ ਤੇਜ਼ ਹੈ। ਬੜਾ ਸੂਰਮਾ ਹੁੰਦਾ ਹੈ, ਬਹਾਦਰ ਹੁੰਦਾ ਹੈ ਇਨਸਾਨ ਜਿਹੜਾ ਕਿਸੇ ਵੀ ਅਹੁਦੇ 'ਤੇ ਰਹਿ ਕੇ ਰਿਸ਼ਵਤ ਨਹੀਂ ਲੈਂਦਾ। ਜਿਹੜਾ ਬੰਦਾ ਰਿਸ਼ਵਤ ਲੈਂਦਾ ਹੈ ਇਸ ਕਰਮ ਭੂਮੀ ਧਰਤੀ 'ਤੇ ਜਿਸਮ ਰੂਪੀ 'ਚ ਕੋਈ ਅਹੁਦੇ 'ਤੇ ਪਹੁੰਚ ਕੇ ਜੇ ਰਿਸ਼ਵਤ ਲੈਂਦਾ ਹੈ ਤੇ ਸਮਝ ਲਾ ਹੁੰਦਾ ਇਸ ਦੁਨੀਆ 'ਚ ਜਨਮ ਲੈਣਾ ਖਰਾਬ ਹੈ। ਇਸ ਧਰਤੀ 'ਤੇ ਜਨਮ ਲੈਣ ਦਾ ਤਦ ਹੀ ਫਾਇਦਾ ਹੈ, ਸੱਚਾ ਧਾਮ, ਸੱਚੀ ਸੇਵਾ, 61 ਤੀਰਥਾਂ ਦਾ ਫਲ। ਜਿਹਨੇ ਕਿਸੇ ਦੀ ਦਮਰਾ ਨਹੀਂ ਖਾਧਾ, ਜਿਹਨੇ 10 ਨਾਵਾਂ ਦੀ ਕਮਾਈ ਕਰਕੇ ਉਸ ਮਾਲਕ ਦੀ ਭਗਤੀ ਕੀਤੀ ਹੈ, ਜਿਹਨੇ ਭਜਨ ਸਿਮਰਨ ਕੀਤਾ, ਜਿਹਨੇ ਧਿਆਨ ਲਗਾਇਆ, ਉਹਦਾ ਹੀ ਧਿਆਨ ਲੱਗੇਗਾ। ਇਹ ਸਾਰੀਆਂ ਗੱਲਾਂ ਕਰਨ ਦੇ ਨਾਲ ਮੈਂ ਉਸ ਪਰਮਾਤਮਾ ਕਾਲ ਪੁਰਖ ਦੇ ਅੱਗੇ ਪ੍ਰਾਰਥਨਾ ਕਰਾਂਗਾ ਕਿ हे ਪਰਮਾਤਮਾ, ਇਸ ਭਾਰਤ ਦੀ ਧਰਤੀ ਦਾ ਮੋਦੀ ਪ੍ਰਧਾਨ ਮੰਤਰੀ ਹੈ, ਉਹਨਾਂ 'ਤੇ ਕਿਰਪਾ ਕਰਨਾ, ਡਾਕਟਰਾਂ 'ਤੇ, ਪੁਲਿਸ ਵਾਲਿਆਂ 'ਤੇ, ਲੀਡਰਾਂ 'ਤੇ ਸਭ ਦਇਆ ਮਿਹਰ ਕਰਕੇ ਇਹ ਕਰੋਨਾ ਵਾਇਰਸ ਦੀ ਬਿਮਾਰੀ ਨੂੰ ਸਮਾਪਤ ਕਰਨਾ। ਸਭ ਆਪਣੇ ਆਪਣੇ ਘਰ ਬਾਲ ਬੱਚੇ ਕੋਲ ਬੈਠ ਕੇ ਸੁੱਖ ਦੋ ਔਰ ਸੁੱਖ ਲੋ। ਜੈ ਗੁਰੂ ਜੀ, ਆਤਮਾ ਸਵਾਮੀ।